ਡੀਅਰ ਸਟੂਡੈਂਟਸ, ਅੱਜ ਅਸੀਂ ਕਲਾਸ 8 ਦਾ ਵਿਸ਼ਾ ਵਿਗਿਆਨ ਦਾ ਪਾਠ ਨੰਬਰ 12ਵਾਂ ਰਗੜ ਕਰਨ ਜਾ ਰਹੇ ਹਾਂ। ਸਾਡਾ ਅੱਜ ਦਾ ਟੌਪਿਕ ਆ ਰਗੜ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨ। ਠੀਕ ਹੈ, ਅਸੀਂ ਦੇਖਾਂਗੇ ਕਿ ਕਿਹੜੇ ਕਿਹੜੇ ਕਾਰਨਾਂ ਕਰਕੇ ਜਿਹੜੀ ਆ ਰਗੜ ਵੱਧਦੀ ਆ ਜਾਂ ਘਟਦੀ ਆ ਜਾਂ ਰਗੜ ਕਿਵੇਂ ਪੈਦਾ ਹੁੰਦੀ ਆ। ਦੇਖੋ, ਰਗੜ ਸੰਪਰਕ ਵਿੱਚ ਆਉਣ ਵਾਲੀਆਂ ਦੋ ਸਤਹਾਂ ਦੀਆਂ ਅਨਿਯਮਤਾਵਾਂ ਦੇ ਕਾਰਨ ਹੁੰਦੀ ਹੈ। ਅਜਿਹੀਆਂ ਸਤਹਾਂ ਜਿਹੜੀਆਂ ਵੇਖਣ ਵਿੱਚ ਬਹੁਤ ਮੁਲਾਇਮ ਲੱਗਦੇ ਹਨ, ਉਹਨਾਂ ਵਿੱਚ ਵੀ ਬਹੁਤ ਸਾਰੀਆਂ ਸੂਖਮ ਅਨਿਯਮਤਾਵਾਂ ਹੁੰਦੀਆਂ ਹਨ। ਠੀਕ ਹੈ, ਰਗੜ ਕੀ ਆ? ਰਗੜ ਕਦੋਂ ਪੈਦਾ ਹੁੰਦੀ ਆ? ਜਦੋਂ ਦੋ ਸਤਹਾਂ ਜਿਹੜੀਆਂ ਆ ਉਹਨਾਂ ਵਿੱਚ ਅਨਿਯਮਤਾਵਾਂ ਹੁੰਦੀਆਂ ਹਨ। ਬੇਸ਼ੱਕ ਸਾਨੂੰ ਕੋਈ ਵੀ ਜਿਹੜੀ ਸਤਹ ਆ, ਜਿਵੇਂ ਹੁਣ ਬੁੱਕ ਵਾ, ਟੇਬਲ ਆ, ਉਹਦੀ ਸਤਹ ਵੇਖਣ ਵਿੱਚ ਮੁਲਾਇਮ ਲੱਗਦੀ ਆ, ਪਰ ਉਹਨਾਂ ਵਿੱਚ ਵੀ ਅਨਿਯਮਤਾਵਾਂ ਜਿਹੜੀ ਆ ਉਹ ਹੁੰਦੀ ਆ। ਠੀਕ ਹੈ, ਉਹਨਾਂ ਵਿੱਚ ਵੀ ਜਿਹੜੀਆਂ ਇਰੈਗੂਲੈਰਿਟੀਜ਼ ਹੁੰਦੀਆਂ ਆ, ਜਿਹਦਾ ਕਰਕੇ ਜਿਹੜੀ ਆ ਰਗੜ ਪੈਦਾ ਹੁੰਦੀ ਆ। ਦੇਖੋ, ਜਿਵੇਂ ਤੁਹਾਨੂੰ ਇਹ ਦੋ ਸਰਫੇਸ ਨਜ਼ਰ ਆ ਰਹੇ ਆ, ਠੀਕ ਹੈ, ਦੋ ਸਤਹਾਂ ਨਜ਼ਰ ਆ ਰਹੀਆਂ ਆ। ਠੀਕ ਹੈ, ਇਹਨਾਂ ਵਿੱਚ ਜਿਹੜੇ ਤੁਹਾਨੂੰ ਆ ਰਫ ਸਰਫੇਸ ਨਜ਼ਰ ਆ ਰਿਹਾ, ਇਹਨੂੰ ਅਨਿਯਮਤਾਵਾਂ ਕਹਿੰਦੇ ਹਨ, ਜਿਨ੍ਹਾਂ ਕਰਕੇ ਕੀ ਆ ਰਗੜ ਪੈਦਾ ਹੁੰਦੀ ਆ। ਦੋ ਸਤਹਾਂ ਦੀਆਂ ਅਨਿਯਮਤਾਵਾਂ ਇੱਕ ਦੂਜੇ ਵਿੱਚ ਖੁੰਭ ਜਾਂਦੀਆਂ ਹਨ। ਜਦੋਂ ਅਸੀਂ ਇੱਕ ਸਤਹ ਉੱਤੇ ਦੂਜੀ ਸਤਹ ਨੂੰ ਗਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਅੰਤਰਬੰਧਨ ਉੱਤੋਂ ਪਾਰ ਕਰਨ ਲਈ ਕੁਝ ਬਲ ਲਾਉਣਾ ਪੈਂਦਾ ਹੈ। ਠੀਕ ਹੈ, ਦੋ ਸਤਹਾਂ ਵਿੱਚ ਜਿਹੜੀਆਂ ਅਨਿਯਮਤਾਵਾਂ ਹੁੰਦੀਆਂ ਉਹ ਇੱਕ ਦੂਜੇ ਵਿੱਚ ਖੁੰਭ ਜਾਂਦੀਆਂ ਆ। ਠੀਕ ਹੈ, ਇੰਟਰਲੋਕ ਹੋ ਜਾਂਦੀਆਂ ਆ। ਇਸ ਕਰਕੇ ਸਾਨੂੰ ਉਹਨਾਂ ਇੰਟਰਲੋਕਸ ਨੂੰ ਪਾਰ ਕਰਨ ਲਈ, ਉਹਨਾਂ ਅੰਤਰਬੰਧਨ ਨੂੰ ਪਾਰ ਕਰਨ ਲਈ ਬਲ ਲਗਾਉਣਾ ਪੈਂਦਾ ਆ। ਅਤੇ ਜਿਹੜੀ ਖੁਰਦਰੇ ਸਤਹ 'ਤੇ ਇਹ ਅਨਿਯਮਤਾ ਵਧੇਰੇ ਸੰਖਿਆ ਵਿੱਚ ਹੁੰਦੀ ਹੈ। ਇਸ ਲਈ ਜੇ ਸਤਹ ਖੁਰਦਰੀ ਹੋਵੇ ਤਾਂ ਰਗੜ ਬਲ ਵਧੇਰੇ ਹੁੰਦਾ ਹੈ। ਠੀਕ ਹੈ, ਜਿਹੜੀ ਰਫ ਸਰਫੇਸ ਹੁੰਦੀ ਆ, ਠੀਕ ਹੈ, ਜਿਹੜੀ ਜ਼ਿਆਦਾ ਖੁਰਦਰੀ, ਜਿਹੜੀ ਸਾਨੂੰ ਉੱਦਾਂ ਵੀ ਖੁਰਦਰੀ ਸਤਹ ਨਜ਼ਰ ਆਉਂਦੀ, ਉੱਥੇ ਕੀ ਅਨਿਯਮਤਾ ਜ਼ਿਆਦਾ ਹੁੰਦੀ ਹੈ ਅਤੇ ਰਗੜ ਬਲ ਵੀ ਵਧੇਰੇ ਹੁੰਦਾ ਹੈ। ਦੇਖੋ, ਜਿਵੇਂ ਤੁਹਾਨੂੰ ਟੇਬਲ 'ਤੇ ਉਹਨਾਂ ਨੇ ਬੁੱਕ ਦੀ ਸਤਹ ਦਿਖਾਈ ਹੈ, ਇਹਨਾਂ ਵਿੱਚ ਅਨਿਯਮਤਾਵਾਂ ਜਿਹੜੀਆਂ ਨੇ ਆਪਸ ਵਿੱਚ ਖੁੰਭ ਗਈਆਂ ਨੇ। ਠੀਕ ਹੈ, ਇਸ ਕਰਕੇ ਸਾਨੂੰ ਬੁੱਕ ਨੂੰ ਜਦੋਂ ਅਸੀਂ ਗਤੀ ਵਿੱਚ ਲਿਆਉਣਾ ਹੈ ਤਾਂ ਸਾਨੂੰ ਬਲ ਲਗਾਉਣਾ ਪਏਗਾ। ਅਸੀਂ ਇਹ ਸਿੱਖਿਆ ਹੈ ਕਿ ਦੋ ਸਤਹਾਂ ਦੇ ਵਿੱਚ ਅਨਿਯਮਤਾਵਾਂ ਦੇ ਅੰਤਰਬੰਧਨ ਦੇ ਕਾਰਨ ਰਗੜ ਹੁੰਦੀ ਹੈ। ਠੀਕ ਹੈ, ਸਭ ਤੋਂ ਹੀ ਇੰਪੋਰਟੈਂਟ ਗੱਲ ਹੈ ਕਿ ਰਗੜ ਕਦੋਂ ਪੈਦਾ ਹੁੰਦੀ ਹੈ? ਜਦੋਂ ਦੋ ਸਤਹਾਂ ਦੀਆਂ ਅਨਿਯਮਤਾਵਾਂ ਆਪਸ ਵਿੱਚ ਅੰਤਰਬੰਧਨ ਹੋ ਜਾਂਦੀਆਂ ਹਨ ਜਾਂ ਫਿਰ ਇੰਟਰਲੋਕ ਹੋ ਜਾਂਦੀਆਂ ਹਨ। ਸਪਸ਼ਟ ਹੈ ਕਿ ਜੇ ਸਤਹ ਨੂੰ ਬਲ ਨਾਲ ਦਬਾਈਏ ਤਾਂ ਰਗੜ ਵਿੱਚ ਵਾਧਾ ਹੋਵੇਗਾ। ਇਸ ਦਾ ਅਨੁਭਵ ਤੁਸੀਂ ਕਿਸੇ ਚਟਾਈ ਨੂੰ ਉਸ ਸਮੇਂ ਖਿੱਚ ਕੇ ਕਰ ਸਕਦੇ ਹੋ ਜਦੋਂ ਉਸ ਉੱਤੇ ਕੋਈ ਵਿਅਕਤੀ ਨਹੀਂ ਬੈਠਾ ਹੈ ਅਤੇ ਜਦੋਂ ਕੋਈ ਵਿਅਕਤੀ ਉਸ ਉੱਤੇ ਬੈਠਿਆ ਹੋਵੇ। ਠੀਕ ਹੈ, ਦੇਖੋ, ਅਗਰ ਅਸੀਂ ਕਿਸੇ ਚਟਾਈ ਨੂੰ ਉਵੇਂ ਹੀ ਖਿੱਚ ਰਹੇ ਹਾਂ, ਠੀਕ ਹੈ, ਫਰਸ਼ ਦੇ ਉੱਪਰ ਚਟਾਈ ਵਿਛੀ ਹੋਈ ਹੈ, ਉਹਨੂੰ ਖਿੱਚ ਰਹੇ ਹਾਂ, ਸਾਨੂੰ ਬਲ ਘੱਟ ਲਗਾਉਣਾ ਪਏਗਾ। ਜਦੋਂ ਉਸ ਉੱਪਰ ਕੋਈ ਵਿਅਕਤੀ ਬੈਠਾ ਹੈ, ਉਸ ਉੱਪਰ ਫਿਰ ਅਸੀਂ ਚਟਾਈ ਨੂੰ ਖਿੱਚਾਂਗੇ ਤਾਂ ਸਾਨੂੰ ਬਲ ਵਧੇਰੇ ਲਗਾਉਣਾ ਪਏਗਾ, ਕਿਉਂਕਿ ਉੱਪਰ ਭਾਰ ਦੇ ਕਾਰਨ ਰਗੜ ਜਿਹੜੀ ਆ ਵੱਧ ਗਈ ਆ। ਆਪਣੇ ਉਸ ਅਨੁਭਵ ਨੂੰ ਯਾਦ ਕਰੋ ਜਦੋਂ ਪਿਛਲੀ ਵਾਰੀ ਤੁਸੀਂ ਕਿਸੇ ਭਾਰੀ ਬਕਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਖਿਸਕਾਇਆ ਸੀ। ਜੇ ਤੁਹਾਨੂੰ ਇਸ ਪ੍ਰਕਾਰ ਦਾ ਅਨੁਭਵ ਨਹੀਂ ਹੈ ਤਾਂ ਹੁਣ ਇਸ ਤਰ੍ਹਾਂ ਦਾ ਅਨੁਭਵ ਕਰੋ। ਕਿਹੜਾ ਕਾਰਜ ਆਸਾਨ ਹੈ? ਵਿਰਾਮ ਅਵਸਥਾ ਤੋਂ ਕਿਸੇ ਵਸਤੂ ਨੂੰ ਗਤੀਸ਼ੀਲ ਕਰਨਾ ਜਾਂ ਕਿਸੇ ਗਤੀਸ਼ੀਲ ਬਕਸੇ ਨੂੰ ਉਸੀ ਦਿਸ਼ਾ ਵਿੱਚ ਖਿਸਕਾਉਣਾ। ਠੀਕ ਹੈ, ਉਹਨਾਂ ਨੇ ਕਿਹਾ ਹੈ ਕਿ ਤੁਸੀਂ ਇੱਕ ਅਨੁਭਵ ਕਰੋ, ਤੁਸੀਂ ਇੱਕ ਬਕਸੇ ਨੂੰ, ਕਿਸੇ ਭਾਰੀ ਬਕਸੇ ਨੂੰ ਗਤੀਸ਼ੀਲ ਕਰਨਾ ਹੈ। ਠੀਕ ਹੈ, ਉਹਦੇ ਉੱਪਰ ਬਲ ਲਗਾ ਕੇ ਉਹਨੂੰ ਗਤੀਸ਼ੀਲ ਕਰਨਾ ਹੈ। ਸਾਨੂੰ ਸਭ ਤੋਂ ਜ਼ਿਆਦਾ ਜਿਹੜਾ ਆ ਬਲ ਕਦੋਂ ਲਗਾਉਣਾ ਪਏਗਾ? ਜਦੋਂ ਉਹ ਵਿਰਾਮ ਅਵਸਥਾ ਵਿੱਚ ਖੜਾ ਆ, ਠੀਕ ਹੈ, ਉਹਨੂੰ ਗਤੀਸ਼ੀਲ ਕਰਨ ਲਈ, ਜਾਂ ਜਦੋਂ ਉਹ ਗਤੀਸ਼ੀਲ ਹੋ ਗਿਆ ਹੈ ਅਤੇ ਦੁਬਾਰਾ ਮਤਲਬ ਉਹਨੂੰ ਉਸੇ ਦਿਸ਼ਾ ਵਿੱਚ ਜਿਹੜਾ ਹੈ ਖਿਸਕਾਉਂਦੇ ਰਹਿਣਾ। ਠੀਕ ਹੈ, ਆਓ ਦੇਖਦੇ ਹਾਂ। ਕਿਸੇ ਰੁਕੀ ਹੋਈ ਵਸਤਾਂ ਨੂੰ ਵਿਰਾਮ ਅਵਸਥਾ ਤੋਂ ਗਤੀ ਸ਼ੁਰੂ ਕਰਨ ਦੀ ਸਥਿਤੀ ਵਿੱਚ ਰਗੜ 'ਤੇ ਪਾਰ ਲਾਉਣ ਲਈ ਵਸਤੂ ਉੱਤੇ ਲਾਇਆ ਬਲ ਸਥਿਤਿਕ ਰਗੜ ਹੁੰਦਾ ਹੈ। ਸਥਿਤਿਕ ਰਗੜ ਦਾ ਮਾਪ ਹੁੰਦਾ ਹੈ। ਠੀਕ ਹੈ, ਜਦੋਂ ਅਸੀਂ ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਉਸ ਦੀ ਗਤੀ ਕਰਨਾ ਸ਼ੁਰੂ ਕਰਦੇ ਹਾਂ ਤਾਂ ਉਸਨੂੰ ਕਿਹੜਾ ਰਗੜ ਬਲ ਕਹਿੰਦੇ ਹਨ? ਸਥਿਤਿਕ ਰਗੜ ਬਲ। ਠੀਕ ਹੈ, ਇਸ ਦੇ ਉਲਟ ਜਦੋਂ ਵੀ ਕੋਈ ਜਿਹੜੀ ਵਸਤੂ ਆ ਉਹਨੂੰ ਗਤੀਸ਼ੀਲ ਰੱਖਣ ਦੇ ਲਈ ਅਸੀਂ ਜਿਹੜਾ ਬਲ ਲਗਾਉਂਦੇ ਹਾਂ, ਉਹ ਕਿਹੜਾ ਬਲ ਹੁੰਦਾ ਹੈ? ਸਰਕਨਸ਼ੀਲ ਬਲ। ਠੀਕ ਹੈ, ਦੇਖੋ, ਜਦੋਂ ਬਕਸਾ ਸਰਕਣਾ ਸ਼ੁਰੂ ਕਰ ਦਿੰਦਾ ਤਾਂ ਉਸ ਦੀ ਸਤਹ 'ਤੇ ਸੰਪਰਕ ਬਿੰਦੂਆਂ ਨੂੰ ਓਨਾ ਸਮਾਂ ਨਹੀਂ ਮਿਲ ਪਾਉਂਦਾ ਕਿ ਉਹ ਫਰਸ਼ ਦੇ ਸੰਪਰਕ ਬਿੰਦੂਆਂ ਵਿੱਚ ਧੱਸ ਸਕੇ। ਇਸ ਲਈ ਸਰਕਨਸ਼ੀਲ ਰਗੜ ਸਥਿਤਿਕ ਰਗੜ ਤੋਂ ਕੁਝ ਘੱਟ ਹੁੰਦੀ ਹੈ। ਓਕੇ, ਦੇਖੋ, ਜਦੋਂ ਅਸੀਂ ਕਿਸੇ ਬਕਸੇ ਨੂੰ ਧੱਕਣਾ ਸ਼ੁਰੂ ਕਰਦੇ ਹਾਂ, ਠੀਕ ਹੈ, ਜਦੋਂ ਅਸੀਂ ਵਿਰਾਮ ਅਵਸਥਾ ਤੋਂ ਉਹਨੂੰ ਧੱਕਿਆ, ਉਹ ਕਿਹੜਾ ਬਲ ਸੀਗਾ? ਸਥਿਤਿਕ ਰਗੜ ਬਲ। ਠੀਕ ਹੈ, ਜਦੋਂ ਉਹ ਸਰਕਣ ਲੱਗ ਗਿਆ ਫਿਰ ਅਸੀਂ ਬਲ ਲਗਾ ਰਹੇ ਹਾਂ, ਉਹ ਕਿਹੜਾ ਸੀ? ਸਰਕਨਸ਼ੀਲ ਬਲ। ਠੀਕ ਹੈ, ਜਦੋਂ ਸਰਕਨਸ਼ੀਲ ਬਲ ਲੱਗਦਾ ਆ ਉਦੋਂ ਜਿਹੜੇ ਸਤਹ ਹੁੰਦੀ ਆ ਟੇਬਲ ਦੀ ਸਤਹ ਅਤੇ ਜਿਹੜੀ ਫਰਸ਼ ਦੀ ਸਤਹ ਆ, ਉਹਨਾਂ ਦੇ ਜਿਹੜੇ ਰਫ ਸਰਫੇਸ ਸੀਗੀ, ਜਿਹੜੀਆਂ ਇਰੈਗੂਲੈਰਿਟੀਜ਼ ਅਨਿਯਮਤਾਵਾਂ ਸੀ, ਉਹਨਾਂ ਨੂੰ ਆਪਸ ਵਿੱਚ ਖੁੰਭਣ ਲਈ ਜ਼ਿਆਦਾ ਸਮਾਂ ਨਹੀਂ ਲੱਗਦਾ। ਇਸ ਕਰਕੇ ਜਿਹੜਾ ਸਰਕਨਸ਼ੀਲ ਬਲ ਹੁੰਦਾ ਆ, ਉੱਥੇ ਰਗੜ ਬਲ ਘੱਟ ਜਾਂਦਾ ਆ। ਥੈਂਕ ਯੂ।